25 ਤੇ ਜੇ ਓਸਮੋਟਿਕ ਪ੍ਰੈਸ਼ਰ ਸੇਮ ਹੈ ਤੇ ਆਈਸੋਟੋਨਿਕ, ਇੱਕ 30 ਡਿਗਰੀ ਤੇ ਦੂਜਾ ਵੀ 30 ਡਿਗਰੀ ਤੇ। ਟੈਂਪਰੇਚਰ ਕੋਈ ਵੀ ਹੋਵੇ ਪਰ ਟੈਂਪਰੇਚਰ ਦੋਨਾਂ ਦਾ ਰਲਦਾ ਹੋਣਾ ਚਾਹੀਦਾ। ਹੁਣ ਸੇਮ ਓਸਮੋਟਿਕ ਪ੍ਰੈਸ਼ਰ ਦਾ ਮਤਲਬ ਕੀ ਆ, π1 = π2। ਪਹਿਲੇ ਸੋਲਿਊਸ਼ਨ ਦਾ ਓਸਮੋਟਿਕ ਪ੍ਰੈਸ਼ਰ ਦੂਜੇ ਸੋਲਿਊਸ਼ਨ ਦੇ ਓਸਮੋਟਿਕ ਪ੍ਰੈਸ਼ਰ ਦੇ ਬਰਾਬਰ ਆ ਗਿਆ। ਪਾਈ ਨੂੰ ਆਪਾਂ ਕੀ ਲਿਖਦੇ ਹੁੰਦੇ, ਆਪਾਂ ਲਿਖਦੇ ਹੁੰਦੇ CS ਤੇ T। C ਦਾ ਮਤਲਬ ਕੰਸਨਟ੍ਰੇਸ਼ਨ, S ਦਾ ਮਤਲਬ ਸੋਲਿਊਸ਼ਨ ਕਾਂਸਟੈਂਟ, T ਦਾ ਮਤਲਬ ਟੈਂਪਰੇਚਰ। ਮੈਂ ਇੱਥੇ ਗੱਲ ਕਲੀਅਰ ਕਰ ਲਾਂ, ਪਾਈ ਨੂੰ ਆਪਾਂ CST ਵੀ ਲਿਖ ਸਕਦੇ, ਪਾਈ ਨੂੰ ਆਪਾਂ MRT ਵੀ ਲਿਖ ਸਕਦੇ। ਮੈਂ ਕੰਸਨਟ੍ਰੇਸ਼ਨ ਲਿਖਦਾ, ਬੁੱਕ 'ਤੇ ਮਲੈਰਿਟੀ ਲਿਖਿਆ ਹੁੰਦਾ। ਮੈਂ ਸੋਲਿਊਸ਼ਨ ਕਾਂਸਟੈਂਟ ਲਿਖਦਾ, ਬੁੱਕ 'ਤੇ R ਲਿਖਿਆ ਹੁੰਦਾ ਗੈਸ ਕਾਂਸਟੈਂਟ, ਇੱਕੋ ਚੀਜ਼ ਹੀ ਆ। ਹੁਣ ਇੱਧਰ ਵੀ CST, ਇੱਧਰ ਵੀ CST। ਕੰਸਨਟ੍ਰੇਸ਼ਨ 1, ਸੋਲਿਊਸ਼ਨ ਕਾਂਸਟੈਂਟ 1, ਟੈਂਪਰੇਚਰ 1। ਕੰਸਨਟ੍ਰੇਸ਼ਨ 2, ਸੋਲਿਊਸ਼ਨ ਕਾਂਸਟੈਂਟ 2 ਤੇ ਟੈਂਪਰੇਚਰ 2। ਹੁਣੇ ਆਪਾਂ ਕੀ ਕਿਹਾ, ਦੇਖੋ ਆਹ ਚੀਜ਼ ਤੇ ਮੈਂ ਲਿਖਤੀ, ਮੈਂ ਕਿਹਾ ਐਟ ਸੇਮ ਟੈਂਪਰੇਚਰ, ਸੇਮ ਟੈਂਪਰੇਚਰ। C1 ਤਾਂ ਨਹੀਂ ਬਦਲਿਆ, C1 ਉਹ ਰਿਹਾ। ਸੋਲਿਊਸ਼ਨ ਕਾਂਸਟੈਂਟ ਦੇਖੋ ਇੱਥੇ 1 2 ਪਾਉਣ ਦੀ ਲੋੜ ਹੀ ਨਹੀਂ ਆ, ਕਿਉਂਕਿ ਇਹਦੀ ਵੈਲਿਊ ਤੇ ਫਿਕਸ ਹੁੰਦੀ 0.0821। ਫਿਰ ਇੱਥੇ ਇਹਦੇ ਪੈਰ 'ਚ ਕੁਝ ਨਹੀਂ ਪਾਉਣਾ ਆਪਾਂ। ਟੈਂਪਰੇਚਰ ਸੇਮ ਆ, ਟੈਂਪਰੇਚਰ ਵੀ 1 2 ਨਹੀਂ ਰਹੂਗਾ, ਹੁਣ ਸੇਮ ਹੋ ਗਿਆ। ਉਸੇ ਤਰ੍ਹਾਂ S2 ਦੇ ਪੈਰ 'ਚ ਕੁਝ ਨਹੀਂ ਪਾਉਣਾ, ਟੈਂਪਰੇਚਰ ਸੇਮ ਆ। ਸੋਲਿਊਸ਼ਨ ਕਾਂਸਟੈਂਟ ਕੈਂਸਲ ਹੋ ਗਏ, ਟੈਂਪਰੇਚਰ ਕੈਂਸਲ ਹੋ ਗਿਆ। C1 = C2। ਫਿਰ ਤੁਹਾਡੇ ਦਿਮਾਗ 'ਚ ਇੱਕ ਚੀਜ਼ ਹੋਰ ਬੈਠ ਜੇ, ਜਿਹੜੇ ਆਈਸੋਟੋਨਿਕ ਹੁੰਦੇ ਆ ਉਹਨਾਂ ਦਾ ਓਸਮੋਟਿਕ ਪ੍ਰੈਸ਼ਰ ਤੇ ਸੇਮ ਹੁੰਦਾ ਹੀ ਆ, ਮਲੈਰਿਟੀ ਵੀ ਸੇਮ ਹੋ ਜਾਂਦੀ, ਕੰਸਨਟ੍ਰੇਸ਼ਨ ਵੀ ਸੇਮ ਹੋ ਜਾਂਦੀ। ਫਿਰ ਕੀ ਕਨਕਲੂਜਨ ਨਿਕਲੀ, ਕੀ ਆਪਾਂ ਰਿਜ਼ਲਟ ਕੱਢਿਆ, ਕਨਕਲੂਜਨ ਕੀ ਨਿਕਲੀ, ਆਈਸੋਟੋਨਿਕ ਸੋਲਿਊਸ਼ਨ ਹੈਵ ਸੇਮ ਓਸਮੋਟਿਕ ਪ੍ਰੈਸ਼ਰ, ਤੇ ਜਿਨ੍ਹਾਂ ਦਾ ਓਸਮੋਟਿਕ ਪ੍ਰੈਸ਼ਰ ਸੇਮ ਹੋ ਗਿਆ ਉਹਨਾਂ ਦੀ ਕੰਸਨਟ੍ਰੇਸ਼ਨ ਵੀ ਸੇਮ ਹੋ ਗਈ, ਸੇਮ ਕੰਸਨਟ੍ਰੇਸ਼ਨ ਸੇਮ ਹੋ ਗਈ, ਦੈਟ ਇਜ਼ ਮੋਲੈਰਿਟੀ ਵੀ ਸੇਮ ਹੋ ਗਈ, ਮੋਲੈਰਿਟੀ ਵੀ ਸੇਮ ਹੋ ਗਈ। ਠੀਕ ਹੈ, ਪਹਿਲਾ ਸੋਲਿਊਸ਼ਨ ਹੋ ਗਿਆ। ਦੂਸਰੇ ਆ ਗਏ ਹਾਈਪੋਟੋਨਿਕ। ਸੈਕਿੰਡ ਆ ਜਾਂਦੇ ਸਾਡੇ ਕੋਲ ਹਾਈਪੋਟੋਨਿਕ ਸੋਲਿਊਸ਼ਨ। ਇੰਪੋਰਟੈਂਟ ਹੈ ਆਈਸੋਟੋਨਿਕ, ਹਾਈਪੋਟੋਨਿਕ ਤੇ ਹਾਈਪਰਟੋਨਿਕ। ਹਾਈਪੋਟੋਨਿਕ ਦੇ ਵਿੱਚ ਕੀ ਹੁੰਦਾ, ਓਸਮੋਟਿਕ ਪ੍ਰੈਸ਼ਰ ਸੇਮ ਨਹੀਂ ਹੁੰਦੇ। ਆਪਾਂ ਫਸਟ ਵਾਲੇ ਨੂੰ ਦੇਖਣਾ, ਸਿਰਫ ਜੇ ਆਪਾਂ ਜਦੋਂ ਵੀ ਡਿਫਾਈਨ ਕਰਨਾ ਫਸਟ ਵਾਲਾ ਵੇਖ ਕੇ ਡਿਫਾਈਨ ਕਰਨਾ। ਲੈਸ ਓਸਮੋਟਿਕ ਪ੍ਰੈਸ਼ਰ ਇਹਦਾ ਜ਼ਿਆਦਾ ਹੈ ਨਾ, ਫਸਟ ਵਾਲੇ ਤੋਂ ਡੈਫੀਨੇਸ਼ਨ ਦੇਣੀ ਆਪਾਂ ਕਵਾਂਗੇ ਇਹਦੇ ਅਕੋਰਡਿੰਗ ਆਪਾਂ ਲਿਖ ਦੇਣਾ, ਸੋਲਿਊਸ਼ਨ ਹੈਵ ਲੈਸ ਓਸਮੋਟਿਕ ਪ੍ਰੈਸ਼ਰ। ਹਾਂ ਇੱਦਾਂ ਲਿਖ ਸਕਦੇ ਤੁਸੀਂ, ਆਹ ਵਰਡ ਹਾਈਲਾਈਟ ਕਰ ਦਿਓ। ਜਿਹੜੇ ਸੋਲਿਊਸ਼ਨ ਦਾ ਓਸਮੋਟਿਕ ਪ੍ਰੈਸ਼ਰ ਘੱਟ ਹੁੰਦਾ ਕਿਸੇ ਦੂਜੇ ਦੇ ਮੁਕਾਬਲੇ, ਉਹਨੂੰ ਆਪਾਂ ਹਾਈਪੋਟੋਨਿਕ ਸੋਲਿਊਸ਼ਨ ਕਹੀਦਾ। ਸੋਲਿਊਸ਼ਨ ਇਕੁਅਲੀ ਆਇਆ, ਉਹਦਾ ਸੋਲਿਊਸ਼ਨ ਜਿਹਦਾ ਓਸਮੋਟਿਕ ਪ੍ਰੈਸ਼ਰ ਘੱਟ ਹੋਵੇ ਉਹਨੂੰ ਹਾਈਪੋਟੋਨਿਕ ਕਹੀਦਾ। ਇਹ ਗੱਲ ਯਾਦ ਰੱਖ ਲਿਓ, ਜੇ ਓਸਮੋਟਿਕ ਪ੍ਰੈਸ਼ਰ ਘੱਟ ਆ ਤੇ ਮਲੈਰਿਟੀ ਵੀ ਘੱਟ ਹੋਊਗੀ। ਵੈਸੇ ਉਹ ਚੀਜ਼ਾਂ ਕਰਨ ਦੀ ਲੋੜ ਨਹੀਂ, ਇਹ ਤੋਂ ਬਾਅਦ CST ਲਿਖਣ ਦੀ ਲੋੜ ਨਹੀਂ। ਉਹਦੇ 'ਚ ਥੋੜ੍ਹਾ ਡਿਟੇਲ ਨਾਲ ਯਾਦ ਰੱਖ ਲਓ ਜਿਹੜਾ ਪਹਿਲਾ, ਕਿਉਂਕਿ ਉਹ 'ਚ ਕਿਹੜਾ ਸਾਈਨ ਆ, =, ਦਾ। ਤੇ ਇੱਥੇ ਇਨਇਕੁਐਲਿਟੀ ਆ, ਇਕੁਅਲ ਨਹੀਂ ਆ, ਜਾਂ ਲੈਸ ਦੈਨ ਜਾਂ ਗ੍ਰੇਟਰ ਦੈਨ। ਇੱਥੇ ਆਪਾਂ ਕੈਂਸਲ ਨਹੀਂ ਕਰ ਸਕਦੇ ਚੀਜ਼ਾਂ ਜਿੱਦਾਂ ਇੱਥੇ ਕੀਤੀਆਂ, ਤਾਂ ਕਰਕੇ ਆਪਾਂ ਇਹੋ ਯਾਦ ਰੱਖਣਾ, ਇੰਨੀ ਕੀ ਡੈਫੀਨੇਸ਼ਨ ਹੀ ਇਹਦੀ। ਉਸ ਤੋਂ ਬਾਅਦ ਥਰਡ ਆ ਗਿਆ ਹਾਈਪਰਟੋਨਿਕ ਸੋਲਿਊਸ਼ਨ। ਹਾਈਪਰ ਵਰਡ ਆ ਗਿਆ, ਹਾਈਪਰ ਦੇ ਨਾਲ ਯਾਦ ਰੱਖ ਲਿਓ ਵੀ ਇਹਦੇ 'ਚ ਓਸਮੋਟਿਕ ਪ੍ਰੈਸ਼ਰ ਕੀ ਹੋਊਗਾ, ਜ਼ਿਆਦਾ। ਹਾਈਪਰ 'ਚ ਜ਼ਿਆਦਾ, ਹਾਈਪੋ 'ਚ ਘੱਟ। ਇਹ 'ਚ ਤੁਸੀਂ π1 > π2। ਫਿਰ ਆਪਾਂ ਕਹਿ ਸਕਦੇ ਹਾਂ ਸੋਲਿਊਸ਼ਨ ਹੈਵ ਮੋਰ ਓਸਮੋਟਿਕ ਪ੍ਰੈਸ਼ਰ। ਮੋਰ ਵਰਡ ਯਾਦ ਰੱਖਿਓ ਇਹਦੇ ਵਿੱਚ। ਹੁਣ ਤੁਹਾਨੂੰ ਮੈਂ ਦੱਸਦਾ, ਇੱਕ ਤੇ ਦੇਖੋ ਮੈਂ ਤੁਹਾਨੂੰ ਕਿਹਾ 1 ਮਾਰਕ ਵਿੱਚ ਹੀ ਆਊਗਾ ਇਹ,
ਮੈਕਸੀਮਮ ਜਾਂ 2 ਮਾਰਕ ਵਿੱਚ ਕਹਿ ਸਕਦੇ ਦੋ ਸੋਲਿਊਸ਼ਨ ਵਿੱਚ ਡਿਫਰੈਂਸ ਆ ਸਕਦਾ ਆਈਸੋਟੋਨਿਕ ਤੇ ਹਾਈਪੋਟੋਨਿਕ ਦੇ ਵਿੱਚ, ਤੇ ਜਾਂ ਇਹ ਆ ਸਕਦਾ ਇਹ ਸਾਰਾ ਜੋ ਵੀ ਆਪਾਂ ਕੀਤਾ ਤਿੰਨ ਚੀਜ਼ਾਂ ਇਹਨਾਂ ਨਾਲ ਰਿਲੇਟਿਡ ਨੂਮੈਰੀਕਲ ਆਪਾਂ ਹਰ ਇੱਕ ਕਨਸੈਪਟ ਨਾਲ ਕਰਦੇ ਪਏ ਆ, ਪੂਰੇ ਵਧੀਆ ਸਮਝਿਆ ਕਰੋ। ਜਿੱਦਾਂ ਉਹਨਾਂ ਨੇ ਕਿਹਾ ਵਾ ਆ 5% weight by volume, ਆ ਚੀਜ਼ਾਂ ਦਾ ਵੀ ਖਿਆਲ ਰੱਖੋ। ਹੁਣ W/ ਪਾ ਕੇ ਵੀ ਲਿਖਿਆ weight by volume ਕੇਨ ਸ਼ੂਗਰ ਬੜੇ ਨੂਮੈਰੀਕਲ ਵਿੱਚ ਆ ਗਿਆ ਵਾ। ਸੋਲਿਊਸ਼ਨ ਇਜ਼ ਆਈਸੋਟੋਨਿਕ ਹੁਣੇ ਆਪਾਂ ਕੀਤਾ ਜਿਨ੍ਹਾਂ ਦਾ ਔਸਮੋਟਿਕ ਪ੍ਰੈਸ਼ਰ ਸੇਮ ਹੁੰਦਾ, ਆਈਸੋਟੋਨਿਕ ਵਿਦ 0.877% यूरिया solution if molar mass of cane sugar is 342, calculate molar mass of यूरिया देखियो किद्दां करना। एक केड़ी चीज़ आ आइसोटोनिक, केन शूगर आइसोटोनिक या यूरिया ना, केन शूगर आइसोटोनिक या यूरिया ना। फिर ऑस्मोटिक प्रैशर केदा केन शूगर दा केदे इक्वल होगा, ऑस्मोटिक प्रैशर केदा यूरिया दा। ते ऑस्मोटिक प्रैशर नूं किद्दां लिखीदा CST जां MRT। केन शूगर इनू 1 कह दिना, सानू पता ही आ R ते सेम होने कैंसल, इत्थे 2 होना यूरिया ली, टैंपरेचर भी कैंसल, M1 केदे इक्वल आ गया M2 दे। मोलैरिटी नूं लिखीदा नंबर ऑफ मोल डिवाइडेड बाय वॉल्यूम, मोलैरिटी नूं लिखीदा नंबर ऑफ मोल डिवाइडेड बाय वॉल्यूम। 1 आ ते 1 2 वा ते 2 आ जाऊगा। हुण इत्थे इन्हां ने एक चीज़ होर कही होनी आ, इत्थे उन्हां ने कहा वा 5% कुछ दिता वेट बाय वॉल्यूम, केन शूगर मोलर मास कैलकुलेट दा यूरिया। इत्थे ना एक गल होर याद रख लो, जिहड़े आइसोटोनिक हुंदे ना इन्हां दे विच वॉल्यूम भी सेम हुंदा आइसोटोनिक। फिर आ जिहड़ा वॉल्यूम आ V1 ते V2 ये भी कैंसल हो जाणगे। याद रख लो वॉल्यूम भी सेम होना आइसोटोनिक दे विच। की बचिया N1 इज इक्वल टू N2 N1 नंबर ऑफ मोल, ये हुंदा गिवन मास बाय मोलर मास, गिवन मास बाय मोलर मास। हुण केन शूगर दा किन्ना मास गिवन आ 5 ग्राम, 5% दा मतलब पता होना चाहिए 5 ग्राम इन 100 ml। फिर 5% गिवन मास किन्ना एदा 5 ग्राम, इत्थे लिखदा W1 दी जगह ते 5 ग्राम। मोलर मास किन्ना एदा केन शूगर दा 342 ग्राम। उस तो बाद इत्थे 5% आ, इत्थे 0.0 आ भी इत्थे इदां ही होना वेट बाय वॉल्यूम। आ भी वॉल्यूम 100 ml, आ भी वॉल्यूम 100 ml, तां करके वॉल्यूम कैंसल हो गई। हुण ये किन्ने ग्राम आ 0.877 ते मोलर मास असीं इहदा पता करना। हुण जिहड़ी चीज़ इन्हां कैंसल हुंदी कर दिन्ने, ग्राम ना ग्राम कैंसल हो गया। इहदा देख लो अप्रॉक्सीमेट किन्ना का आ सकदा, केड़ी चीज़ बची आ ये 5 दे हेठां हैगा 342 इज इक्वल टू 0.877 ते आपां M2 लभना। M2 इधर लै जाने 0.877, 342 उपर 5 हेठां। इनू हुण आपां 0.877
342 ਨੂੰ 340 ਲਿਖਿਆ ਕਿਉਂਕਿ ਅਪਰੋਕਸੀਮੇਟ ਕੱਢ ਲੈਂਦੇ ਆਪਾਂ 5 ਨਾਲ ਕੱਟਿਆ ਜਾਊਗਾ 5 1 ਜਾਂ 5 6 ਜਾਂ 30 5 8 ਜਾਂ 40 ਇਹ ਆ ਗਿਆ 0.877 ਮਲਟੀਪਲਾਈ ਬਾਈ 68 ਦੇਖਦੇ ਕਿੰਨਾ ਕੁ ਆ ਸਕਦਾ ਇਹ 87 ਜਾਂ 56 87 ਜਾਂ 56 ਤੇ 5 ਹੋ ਗਏ 61 88 ਜਾਂ 64 ਤੇ 6 ਹੋ ਗਏ 70 42 46 52 6 3 6 9 ਇਹ ਆ ਗਿਆ ਸਾਡਾ 59 6 3 6 ਤੇ 3 ਡਿਜਿਟ ਛੱਡ ਕੇ ਡੈਸੀਮਲ ਲੱਗ ਗਿਆ ਤੇ ਇਹਨੂੰ ਰਾਊਂਡ ਆਫ ਕਰ ਦਈਏ ਆਪਾਂ ਇਹ ਆ ਗਿਆ 60 ਗ੍ਰਾਮ ਇੱਥੇ ਆਪਣਾ ਔਸਮੋਟਿਕ ਪ੍ਰੈਸ਼ਰ ਦਾ ਇੱਕ ਚੀਜ਼ ਮੈਂ ਦੱਸਦਾ ਲਾਸਟ ਤੇ ਜਾਂ ਅੱਜ ਇਹੋ ਹੀ ਕਰੋ ਨੈਕਸਟ ਲੈਕਚਰ ਵਿੱਚ ਉਹ ਚੀਜ਼ ਸਮਝਾਊਂਗਾ ਥੈਂਕ ਯੂ